जिदन इन्हें गुरु कोल आके अपने जीवन का सुख रखिया होवे, पातशाह मेरी जिंदगी च तुसी मैनू आ सुख दिता है, तुहाडा शुक्र। जिसका तन मन धन सब तिसका, सोई सुगड़ सुजानी। तिन ही सुनिया दुख सुख मेरा। दुख ते सुनाना है, सतगुरु कहते सुख दे जियां ने बैठ के आप जी का नाम अर्जन देव रख दिता। सब तो वध गुरु ग्रंथ साहिब च बाणी गुरु अर्जन साहिब अमृतसर शहर विच किसे गुरु पातशाह का प्रकाश नहीं होया। सिर्फ ते सिर्फ गुरु तेग बहादुर साहब का प्रकाश श्री अमृतसर साहब की धरती। अपने घर का नाम गुरु हरगोबिंद साहब जी ने गुरु के महल रखिया होया सी। इस गुरु के महल के पावन अप्रैल सन 1621 नूं माता नानकी जी की कुखों पिता गुरु हरगोबिंद साहब के घर धन गुरु तेग बहादुर साहब का प्रकाश। जग और न याहे महात्म मैं, अवतार उजागर आन कियो। तिनके दुख कोटिक दूर गए, मथुरा जिन अमृत नाम पियो। एह पद्धित ते मत चूकै रे मन, वेद भेद न जान बियो। प्रतच्छ हृदय गुर अर्जन कै, हर पूरन ब्रह्म निवास लियो। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गर्भास ना परिया रे। बादशाह दरवेश जुगो जुग अटल, छतर चौर तखत दे मालक, धन धन श्री गुरु ग्रंथ साहिब महाराज जी की मुबारक गोद अंदर अदब सत्कार विच जुड़ के धन गुरु अर्जन साहब महाराज जी अते धन धन गुरु तेग बहादुर पातशाह महाराज जी दे पावन प्रकाश गुरपुरब नूं मुख रख के साहिबां दी पावन हजूरी विच जुड़ के गुरु घर दे रागी सिंघां पासों आसा की वार दी पावन बाणी दा कीर्तन बड़े वफद ते प्यार विच भेज के श्रवण कीता है। आओ लवो सतगुरु दे चरनां दा ओट आसरा साहिबां दी पवित्र बाणी विचों ते कुछ इतिहास दे झरोखे विचों आप संगत नाल बचन सांझ कर सकीए। सो मन बिरती एकागर कर साहिबां दे चरनां विच लवावो हाजरी, बाद झुकाओ गुरु चरनां विच सीस, फतेह परवानो आखो जी वाहिगुरु जी का खालसा वाहिगुरु जी की फतेह। भट्ट साहिबाना ने गुरु अर्जन साहब महाराज जी की वडियाई करते हैं। अपनी पावन बाणी अंदर जो रब्बी बचन बख्शिश कीते ने
ਉਹਨਾਂ ਬਚਨਾਂ ਦਾ ਓਟ ਆਸਰਾ ਲੈ ਕਰਕੇ ਗੁਰੂ ਅਰਜਨ ਸਾਹਿਬ ਦੇ ਜੀਵਨ ਵਾਲੇ ਪਾਸੇ ਆਪ ਸੰਗਤ ਦਾ ਧਿਆਨ ਦਿਵਾਉਣ ਦਾ ਯਤਨ ਕਰਨਾ ਹੈ। ਸਤਿਗੁਰੂ ਫਰਮਾਉਂਦੇ ਨੇ ਭੱਟ ਜੀ ਦੀ ਰਸਨਾ ਤੋਂ, ਭੱਟ ਮਥੁਰਾ ਸਾਹਿਬ ਜੀ ਕਹਿੰਦੇ ਨੇ, ਇਹ ਇਨਸਾਨ ਜਗ ਔਰ ਨ ਯਾਹੇ ਮਹਾ ਤਮ ਮੈਂ। ਬਾਣੀ ਵਿੱਚ ਜਿੰਨੀ ਵਰੀ ਵੀ ਤਮ ਲੱਭ ਜਾਏਗਾ, ਤੱਤਾ ਤੇ ਮਮਾ, ਅਖਰੀ ਅਰਥ ਹੈ ਡਾਰਕਨੈਸ, ਅੰਧੇਰਾ। ਆਪ ਜੀ ਨਿਤਨੇਮ ਦੀ ਬਾਣੀ ਚੋਂ ਪੜ੍ਹਦੇ ਹੋ, ਤਮ ਸੰਸਾਰ ਚਰਨ ਲਗ ਤਰੀਏ। ਤਮ ਮਾਨੇ ਅੰਧੇਰਾ। ਭੱਟ ਮਥੁਰਾ ਜੀ ਕਹਿੰਦੇ ਨੇ, ਇਹ ਦੁਨੀਆ ਦੇ ਲੋਕੋ, ਸੰਸਾਰ ਵਿੱਚ ਬਹੁਤ ਵੱਡਾ ਘੁੱਪ ਅੰਧੇਰਾ ਹੈ। ਸੰਸਾਰ ਦੇ ਇਸ ਘੁੱਪ ਅੰਧੇਰੇ ਨੂੰ ਤਰਨ ਵਾਸਤੇ ਪਰਮਾਤਮਾ ਨੇ ਹੀ ਗੁਰੂ ਅਰਜਨ ਸਾਹਿਬ ਜੀ ਨੂੰ ਅਵਤਾਰ ਬਣਾ ਕੇ ਤੇ ਪ੍ਰਕਾਸ਼ ਕਰ ਦਿੱਤਾ। ਜਗ ਔਰ ਨਾ ਯਾਹੇ ਮਹਾ ਤਮ, ਮਹਾ ਮਾਨੇ ਵੱਡਾ, ਤਮ ਮਾਨੇ ਅੰਧੇਰਾ। ਜਗਤ ਵਿੱਚ ਬਹੁਤ ਵੱਡਾ ਘੁੱਪ ਅੰਧੇਰਾ ਸੀ ਤੇ ਪਰਮਾਤਮਾ ਨੇ ਕੀ ਕੀਤਾ? ਅਵਤਾਰ ਉਜਾਗਰ ਆਨ ਕੀਓ। ਗੁਰੂ ਅਰਜਨ ਸਾਹਿਬ ਜੀ ਨੂੰ ਪਰਮਾਤਮਾ ਨੇ ਰੱਬੀ ਜੋਤ ਟਿਕਾ ਕੇ ਤੇ ਧਰਤੀ ਤੇ ਸਾਹਿਬਾਂ ਦਾ ਪ੍ਰਕਾਸ਼ ਕਰ ਦਿੱਤਾ। ਇਹਦਾ ਮਤਲਬ ਗੁਰੂ ਅਰਜਨ ਸਾਹਿਬ ਜੀ ਉਹ ਰੱਬੀ ਜੋਤ ਨੇ ਜੋ ਸੰਸਾਰ ਤੇ ਲੋਕਾਂ ਦੇ ਅੰਦਰੋਂ ਅਗਿਆਨਤਾ ਦਾ ਵੱਡੇ ਤੋਂ ਵੱਡਾ ਅੰਧੇਰਾ ਦੂਰ ਕਰਦੇ। ਤੇ ਅਗਿਆਨਤਾ ਦਾ ਹਨੇਰਾ ਦੂਰ ਕਿਵੇਂ ਹੁੰਦਾ ਹੈ? ਗਿਆਨ ਨਾਲ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਹੈ। ਜਿਸ ਬਾਣੀ ਦੇ ਗਿਆਨ ਨਾਲ ਜੀਵਨ ਦੀ ਅੰਧੇਰੇ 'ਚ ਗੁਜ਼ਰਦੀ ਜ਼ਿੰਦਗੀ ਚਾਨਣ ਵਾਲੇ ਪਾਸੇ ਹੋ ਤੁਰਦੀ। जग और न याहे महात्म में अवतार उजागर आन कियो। तिनके दुख कोटिक दूर गए। तिनके तिना दे, कोटिक माने करोड़ा, उन्हां दी जिंदगी दे करोड़ा दुख दूर हो गए। मथुरा जिने ਅੰਮ੍ਰਿਤ ਨਾਮ ਪੀਓ। ਭੱਟ ਮਥੁਰਾ ਜੀ ਕਹਿੰਦੇ ਨੇ, ਜਿਨ੍ਹਾਂ ਗੁਰੂ ਅਰਜਨ ਸਾਹਿਬ ਜੀ ਕੋਲੋਂ ਪਰਮਾਤਮਾ ਦਾ ਨਾਮ ਅੰਮ੍ਰਿਤ ਪੀ ਲਿਆ, ਉਹਨਾਂ ਦੀ ਜ਼ਿੰਦਗੀ ਦੇ ਕਰੋੜਾਂ ਦੁੱਖ ਚਲੇ ਗਏ। ਇੱਕ ਬਚਨ ਹੈ ਗੁਰੂ ਅਰਜਨ ਸਾਹਿਬ ਜੀ ਦਾ। ਸਤਿਗੁਰੂ ਕਹਿੰਦੇ, ਬੰਦੇ ਦੀ ਫਿਤਰਤ ਦੇਖੋ, ਜਦੋਂ ਵੀ ਗੁਰੂ ਕੋਲ ਆਉਂਦਾ ਹੈ, ਜਿੱਦਣ ਦੀ ਇਹਨੇ ਹੋਸ਼ ਸੰਭਾਲੀ ਹੈ ਤੇ ਉਦੋਂ ਤੋਂ ਗੁਰਦੁਆਰੇ ਆਉਂਦਾ ਹੈ, ਗੁਰੂ ਕੋਲ ਆਉਂਦਾ ਹੈ ਤੇ ਗੁਰੂ ਕੋਲ ਆ ਕੇ ਕਰਦਾ ਕੀ ਹੈ? ਗੁਰੂ ਅੱਗੇ ਆਪਣੇ ਦੁਖੜੇ ਹੀ ਰੱਖਦਾ ਹੈ। ਇੱਕ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ, ਆਪ ਸਾਰਿਆਂ ਨੂੰ ਚੇਤੇ। ਸਤਿਗੁਰੂ ਕਹਿੰਦੇ, ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਆਇਆ ਜਿੱਦਣ ਇਹਨੇ ਗੁਰੂ ਕੋਲ ਆ ਕੇ ਆਪਣੇ ਜੀਵਨ ਦਾ ਸੁੱਖ ਰੱਖਿਆ ਹੋਵੇ। ਪਾਤਸ਼ਾਹ, ਮੇਰੀ ਜ਼ਿੰਦਗੀ 'ਚ ਤੁਸੀਂ ਮੈਨੂੰ ਆ ਸੁੱਖ ਦਿੱਤਾ ਹੈ, ਤੁਹਾਡਾ ਸ਼ੁਕਰ ਹੈ। ਦੁਖੜੇ ਤੇ ਰੋਜ਼ ਸੁਣਾਉਂਦਾ। ਸਤਿਗੁਰੂ ਕਹਿੰਦੇ, ਇਉਂ ਕਰ, ਰੋਜ਼ ਰੋਜ਼ ਦੁਖੜੇ ਸੁਣਾਉਣ ਦੀ ਬਜਾਏ ਜੇ ਤੇਰੇ ਦੁਖੜੇ ਸੁਣੇ ਨਹੀਂ ਨਾ ਜਾਂਦੇ, ਹੁਣ ਸੁੱਖ ਸੁਣਾ ਗੁਰੂ ਨੂੰ। ਪਾਤਸ਼ਾਹ, ਮੈਨੂੰ ਤੁਸੀਂ ਆ ਸੁੱਖ ਦਿੱਤਾ ਹੈ ਜੀਵਨ ਦਾ, ਤੁਹਾਡਾ ਸ਼ੁਕਰ ਹੈ। ਮੇਰੀ ਜ਼ਿੰਦਗੀ 'ਚ ਆ ਸੁਖੀ ਵੀ ਜੀਵਨ ਬਖਸ਼ਿਆ ਤੁਸੀਂ, ਤੁਹਾਡਾ ਸ਼ੁਕਰ ਹੈ। ਪਰਮਾਤਮਾ,
ਕਈਆਂ ਦੀ ਤੂੰ ਅੱਖਾਂ ਦੀ ਜੋਤ ਖੋਹ ਲਈ ਹੈ, ਮੇਰੇ ਕੋਲ ਅੱਖਾਂ ਦੀ ਜੋਤ ਬਰਕਰਾਰ ਹੈ, ਮੈਨੂੰ ਇਹ ਸੁੱਖ ਦਿੱਤਾ ਹੈ, ਤੇਰਾ ਇਹ ਸ਼ੁਕਰ ਹੈ। ਪਰਮਾਤਮਾ ਕਈਆਂ ਦੇ ਕੰਨਾਂ ਦੇ ਬੋਲ ਸੁਣਨੋਂ ਚਲੇ ਗਏ, ਮੈਨੂੰ ਕੰਨਾਂ ਦੀ ਸਰੋਤ ਦਿੱਤੀ, ਤੇਰਾ ਸ਼ੁਕਰ ਹੈ। ਪਰਮਾਤਮਾ ਕਈਆਂ ਦੇ ਹੱਥ ਪੈਰ ਨਹੀਂ, ਤੂੰ ਮੈਨੂੰ ਚੱਲਣ ਲਈ ਪੈਰ ਤੇ ਕੰਮ ਕਰਨ ਲਈ ਹੱਥ ਦਿੱਤੇ ਨੇ, ਤੇਰਾ ਸ਼ੁਕਰ ਹੈ। ਸਤਿਗੁਰੂ ਕਹਿੰਦੇ ਨੇ ਜਦੋਂ ਸੁੱਖ ਮਾਲਕ ਅੱਗੇ ਰੱਖੇਗਾ ਤੇ ਇੱਕ ਦਿਨ ਮਾਲਕ ਤੇਰੇ ਸੁੱਖਾਂ ਦੀ ਆਵਾਜ਼ ਸੁਣ ਕੇ ਤੇਰੀ ਜ਼ਿੰਦਗੀ 'ਚ ਸੁੱਖ ਇੰਨੇ ਕੁ ਭਰ ਦੇਗਾ ਕਿ तमाम ਲੰਮੇ ਸਮੇਂ ਤੋਂ ਚੱਲਦੇ ਆ ਰਹੇ ਦੁੱਖ ਵੀ ਸੁੱਖ ਵਿੱਚ ਤਬਦੀਲ ਹੋ ਜਾਣਗੇ। ਪਾਵਨ ਬਚਨ ਹੈ ਬਾਣੀ ਦਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, सोई सुगड़ सुजानी, तिन ही सुनिया दुख सुख मेरा। दुख ते सुनाना है, सतगुरु कहते सुख भी सुनाओ। तिन ही सुनिया दुख सुख मेरा, तो बिद नीकी खटानी। सुख भी रख गुरु। ਤੇ ਭੱਟ ਮਥੁਰਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਕੋਲੋਂ ਪਰਮਾਤਮਾ ਦਾ ਨਾਮ ਅੰਮ੍ਰਿਤ ਪੀ ਲਿਆ, ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਦੇ ਜੀਵਨ ਦੇ ਕਰੋੜਾਂ ਦੁੱਖ ਕੱਟ ਦਿੱਤੇ। ਤਿੰਨ ਕੇ ਦੁੱਖ ਕੋਟਿਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਿਤ ਤੇ ਪਦਿਤ ਕਹਿੰਦੇ ਨੇ ਰਸਤੇ ਨੂੰ, ਪੰਜਾਬੀ ਦਾ ਪਿਛੋਕੜਵਾਂ ਲਫ਼ਜ਼ ਹੈ ਪੰਧ। ਬੱਚੇ ਨੇ ਘਰ ਆਉਣਾ ਤੇ ਪਿਤਾ ਨੇ ਫੋਨ ਕਰਕੇ ਪੁੱਛਣਾ ਕਿੱਥੇ ਹੈ, ਕਹਿੰਦਾ ਬਸ 2 ਕਿਲੋਮੀਟਰ ਦਾ ਪੰਧ ਰਹਿ ਗਿਆ। ਪੰਧ ਮਾਨੇ ਰਸਤਾ, ਤੇ ਉਸ ਪੰਧ ਤੋਂ ਲਫ਼ਜ਼ ਭੱਟ ਮਥੁਰਾ ਜੀ ਨੇ ਵਰਤਿਆ ਪਦਿਤ। ਪਦਿਤ ਮਾਨੇ ਰਸਤਾ। ਭੱਟ ਜੀ ਕਹਿੰਦੇ ਉਹ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲੇ ਆ, ਜੇ ਗੁਰੂ ਅਰਜਨ ਸਾਹਿਬ ਦੇ ਘਰ ਦਾ ਰਸਤਾ ਪਕੜਿਆ ਤੇ ਗਲਤੀ ਨਾਲ ਵੀ ਇਸ ਰਸਤੇ ਨੂੰ ਛੱਡ ਨਾ ਦੇਈ। ਇਹ ਪਦਿਤ ਤੇ ਮਤ ਝੂਕੈ ਰੇ ਮਨ। ਹੇ ਮੇਰੇ ਮਨਾ, ਇਸ ਪੱਧਤ ਤੋਂ ਗੁਰੂ ਅਰਜਨ ਸਾਹਿਬ ਦੇ ਘਰ ਦੇ ਰਸਤੇ ਤੋਂ ਚੁੱਕ ਨਾ ਜਾਈ, ਗਲਤੀ ਨਾ ਖਾ ਜਾਈ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਜੀ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਹੈ ਹੀ ਨਹੀਂ। ਜੇ ਤੂੰ ਗੁਰੂ ਅਰਜਨ ਸਾਹਿਬ ਦੇ ਘਰ ਤੋਂ ਖੁੰਝ ਗਿਆ, ਸਮਝ ਲਈ ਤੂੰ ਪਰਮਾਤਮਾ ਵਾਲੇ ਪਾਸਿਓਂ ਚਲਿਆ ਗਿਆ। ਇਹ ਪਦਿਤ ਤੇ ਮਤ ਝੂਕੈ ਰੇ ਮਨ, ਬੇਦ ਪਿਭੇਦ ਨਾ ਜਾਣ ਬਿਓ। ਬਿਓ ਮਾਨੇ ਦੂਜਾ, ਗੁਰੂ ਅਰਜਨ ਸਾਹਿਬ ਤੇ ਪਰਮਾਤਮਾ ਵਿੱਚ ਕੋਈ ਭੇਦ ਨਾ ਜਾਣੀ, ਕੋਈ ਵਖੇਰਵਾ ਨਾ ਜਾਣੀ। ਗੁਰੂ ਅਰਜਨ ਸਾਹਿਬ ਤੇ ਪਰਮਾਤਮਾ ਇੱਕ ਹੋ ਗਏ। ਇਹ ਪਦਿਤ ਤੇ ਮਤ ਝੂਕੈ ਰੇ ਮਨ, ਬੇਦ ਭੇਦ ਨ ਜਾਣ ਬਿਓ। ਪਰ ਤਛ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਸ ਹਰੀ ਪਰਮਾਤਮਾ ਨੇ, ਪਰਮਾਤਮਾ ਨੇ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿੱਚ ਆਪਣਾ ਨਿਵਾਸ ਬਣਾ ਲਿਆ। ਅੱਜ ਐਸੀ ਰੱਬੀ ਜੋਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਤੇ ਆਪਾਂ ਸਾਹਿਬਾਂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹਾਂ। ਐਸੀ ਰੱਬੀ ਜੋਤ ਅੱਜ ਦੇ ਦਿਨ 23 ਅਪ੍ਰੈਲ ਸਨ 1565 ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਾਤਾ ਭਾਨੀ ਜੀ ਦੀ ਕੁੱਖੋਂ ਪਿਤਾ ਗੁਰੂ
ਰਾਮਦਾਸ ਪਾਤਸ਼ਾਹ ਦੇ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇਹ ਰੱਬੀ ਖੇਡ ਸੀ ਕਿ ਜਿਸ ਵਕਤ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵਕਤ ਗੁਰੂ ਅਰਜਨ ਸਾਹਿਬ ਜੀ ਦੀ ਮਾਤਾ ਭਾਨੀ ਜੀ ਆਪਣੇ ਪੇਕੇ ਘਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿਗਰਾਨੀ ਵਿੱਚ ਹੀ ਜੀਵਨ ਜੀ ਰਹੇ, ਕਿਉਂਕਿ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣਾ ਜਵਾਈ ਬਣਾਇਆ। ਹੁਣ ਇੱਕ ਗੱਲ ਚੇਤੇ ਰੱਖਣਾ, ਗੁਰੂ ਅਮਰਦਾਸ ਪਾਤਸ਼ਾਹ ਹੁਣੀ 4 ਭਰਾ ਨੇ ਤੇ 4 ਭਰਾਵਾਂ ਦਾ ਪੰਜਾਬ ਦੀ ਧਰਤੀ ਤੇ ਬੜੀ ਉੱਚੀ ਪੱਧਤੀ ਦਾ ਤੇ ਚੋਟੀ ਦਾ ਕਾਰੋਬਾਰ ਹੈ। ਗੁਰੂ ਅਮਰਦਾਸ ਪਾਤਸ਼ਾਹ ਦਾ ਲੋਹੇ ਦਾ ਵਪਾਰ ਹੈ, ਉਸ ਤੋਂ ਵੱਡੇ ਭਰਾ ਦਾ ਲੱਕੜ ਦਾ ਵਪਾਰ ਹੈ, ਵਿਚਲੇ ਭਰਾ ਦਾ ਦਾਣਿਆਂ ਦਾ ਵਪਾਰ ਹੈ ਤੇ ਤੀਜੇ ਭਰਾ ਦਾ ਕੱਪੜੇ ਦਾ ਵਪਾਰ ਹੈ। ਤਿੰਨੇ ਦੇ ਤਿੰਨੇ ਭਰਾ ਚੋਟੀ ਦੇ ਕਾਰੋਬਾਰ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਆਪ ਵੀ ਲੋਹੇ ਦੇ ਵਪਾਰੀ। ਬਾਸਰਕੇ ਦੀ ਧਰਤੀ ਤੇ ਰੱਜ ਕੇ ਵੱਡੀ ਜ਼ਮੀਨ ਦੇ ਮਾਲਕ ਨੇ। ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਿੱਤੀ, ਇੱਕ ਤੇ ਦੁਨਿਆਵੀ ਤੌਰ ਤੇ ਮਾਇਆ ਦਾ ਵੀ ਬੜਾ ਖੁੱਲਾ ਪ੍ਰਭਾਵ ਸੀ। ਇੱਧਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਹੋਰ ਵਡਿਆਈ ਦੇ ਦਿੱਤੀ। ਹੁਣ ਦੇਖੋ, ਭਾਈ ਜੇਠਾ ਜਿਹਦਾ ਘਰ ਨਹੀਂ, ਸਿਰ ਤੇ ਛੱਤ ਨਹੀਂ, ਮਾਤਾ ਪਿਤਾ ਨਹੀਂ, ਬਿਲਕੁਲ ਅਨਾਥ ਹੈ। ਮਾਰਚ 1552 ਨੂੰ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਬਣ ਰਹੇ ਨੇ ਤੇ ਇੱਧਰ ਅਪ੍ਰੈਲ 1552 ਨੂੰ ਆਪਣੀ ਧੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਰਹੇ। ਹੁਣ ਏਡਾ ਵੱਡਾ ਕਾਰੋਬਾਰੀ ਤੇ ਦੂਜੇ ਪਾਸੇ ਗੁਰੂ ਨਾਨਕ ਦੇ ਘਰ ਦਾ ਤੀਜਾ ਵਾਰਸ, ਤੇ ਆਪਣੀ ਧੀ ਕਿਹਨੂੰ ਦਿੱਤੀ ਹੈ? ਜਿਹਦੇ ਸਿਰ ਤੇ ਛੱਤ ਨਹੀਂ, ਜਿਹਦਾ ਕਾਰੋਬਾਰ ਨਹੀਂ, ਜਿਹੜਾ ਗੁਰੂ ਘਰ ਦੀਆਂ ਰੋਟੀਆਂ ਤੇ ਪਲ ਰਿਹਾ ਹੈ। ਕਦੇ ਕਦੇ ਘੁੰਗਣੀਆਂ ਵੇਚਣ ਚਲਾ ਜਾਂਦਾ। ਉਸ ਭਾਈ ਜੇਠਾ ਜੀ ਦੇ ਨਾਲ ਬੀਬੀ ਭਾਨੀ ਦਾ ਰਿਸ਼ਤਾ ਹੋਇਆ। ਸਮਾਂ ਪਾ ਕੇ ਪਹਿਲਾ ਪੁੱਤਰ ਪ੍ਰਿਥੀ ਚੰਦ ਪੈਦਾ ਹੋਇਆ। ਸਨ 1555 ਫਿਰ 1557 ਨੂੰ ਬਾਬਾ ਮਹਾਦੇਵ ਜੀ ਪੈਦਾ ਹੋਏ ਤੇ ਅੱਜ ਦੇ ਦਿਨ 23 ਅਪ੍ਰੈਲ ਸਨ 1563 ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸਮਾਂ ਆਪਣੀ ਚਾਲੇ ਅੱਗੇ ਤੁਰਿਆ। ਨਾਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਗੋਦ ਆਪ ਜੀ ਨੂੰ ਨਸੀਬ ਹੋਈ। ਘਰ ਦੇ ਪਰਿਵਾਰ ਦੇ ਜੀਆਂ ਨੇ ਬੈਠ ਕੇ ਆਪ ਜੀ ਦਾ ਨਾਂ ਅਰਜਨ ਦੇਵ ਰੱਖ ਦਿੱਤਾ। ਗੁਰੂ ਅਰਜਨ ਸਾਹਿਬ ਮਹਾਰਾਜ ਹਜੇ ਸਾਲ ਦੇ ਪੂਰੇ ਨਹੀਂ ਹੋਏ। ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ, ਆਪਣੇ ਕਮਰੇ ਵਿੱਚ ਨੇ, ਤਖਤ ਤੇ ਬੈਠੇ ਹੋਏ ਤੇ ਬਾਲ ਅਵਸਥਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਮਾਂ ਨੇ, ਬੀਬੀ ਭਾਨੀ ਨੇ, ਇੱਕ ਕੱਪੜੇ ਦੀ ਗੇਂਦ ਬਣਾ ਦਿੱਤੀ। ਪੁਰਾਣਾ ਕੱਪੜਾ ਇਕੱਠਾ ਕਰਕੇ ਧਾਗੇ ਨਾਲ ਵਲੇਟ ਕੇ ਉਹਦੀ ਗੇਂਦ ਬਣਾ ਦਿੱਤੀ
ताकि बच्चा गेंद की खेड विच मफरूस हो जाएगा तो मैं घर के काम विच ते गुरु घर की सेवा विच लग जावांगी। बाल गुरु अर्जन साहब गोडियां दे परने हजे रिढ़दे ने, मात नान भानी ने गेंद बना के दिती है ते आप सेवा विच लग गई है। ते गेंद नाल खेडदियां खेडदियां गुरु अर्जन साहब महाराज के हथों गेंद उस कमरे विच जा वड़ी जिस कमरे विच गुरु अमरदास पातशाह बैठे। लक्कड़ का दरवाजा वड्डा ते भारा है, दरवाजा इन्ना को खुला है कि गेंद अंदर प्रवेश कर गई। हुण धन गुरु अर्जन साहब महाराज हत्थां ते पैरां ते गोडियां दे बल रिढ़दे रिढ़दे उस कमरे कोल आए। एक हाथ चुक के धरती तो दरवाजे नूं लाया कि दरवाजा खुल जाए, नहीं खुले। फिर गोडियां दे परने बैठ के दोनों हाथ दरवाजे नूं धक्का मारन दा यतन कीता है, दरवाजा भारा सी तां भी नहीं खुले। हुण की होया, अपने दोनों हाथ भी धरती ते टेक लए ने, गोडे भी धरती ते टेक लए ने, अपने सिर दा आसरा उस दरवाजे नूं ला के इन्ना को जोर लाया है कि दरवाजा थोड़ा जिहा सरक गया। ते गुरु अर्जन साहब महाराज जिद्दां ही दरवाजा सरके है उस गेंद नूं चुकण वास्ते कमरे दे अंदर वड़ गए। गुरु अमरदास पातशाह कमरे अंदर तख्त ते बैठे अपने दोते वालों एक कीता जा रहा कारज देख रहे। जिद्दां ही दरवाजा खोल के अंदर वड़े ने, गुरु अमरदास पातशाह तख्त तो उठे ने, झुक के बाल गुरु अर्जन साहब जी नूं छाती नाल ला लिया। इन्नी देर नूं पिछों भानी ने देखे है कि गुरु अमरदास पातशाह दे कमरे च मेरा पुत्र वड़ गया। दौड़दी आई ते पिता गुरु अमरदास पातशाह कोलों जदों बाल गुरु अर्जन साहब नूं पकड़िया, आख्या पिता जी मेरा पुत अर्जन बड़ा शरारती हो गया। ये लफ्ज़ जदों माता भानी ने आखे, इन्ना कह के गुरु अमरदास पातशाह कोलों अपना पुत गोदी चुक लिया। गुरु अमरदास पातशाह पिठ ते हथ फेरदे ने बाल गुरु अर्जन साहब दे ते कहंदे ने, भानीए तेरा पुत्र अर्जन शरारती नहीं है, सब तो वड्डा महा शरारती ते तेरा वड्डा पुत्र पृथ्वी चंद है। गुरु अर्जन शरारती नहीं है, पृथ्वी चंद राज के शरारती है। ते मात भानी मानी मन सोचती है कि मेरा वड्डा पुत्र तां 7 साल का हो गया ते अर्जन हजे 1 साल का ही होया, साल भी पूरा नहीं होया। ते मेरे वड्डे पुत्र अंदर केड़ी शरारत है? मैनू तां अर्जन विच शरारत नज़र आउंदी है। मैं पंगूड़े विच बिठाउनी हाँ ते उत्थे भी नहीं टिकदा, जे गेंद बना के खेडण लई दित्ती है ते तां भी शरारतां ने। ते गुरु अर्जन साहब महाराज जी दे प्रति गुरु अमरदास पातशाह ने कहा, भानीए ये शरारती नहीं है, ये इन्ना शांति दा पुंज आ। देख इन्हें एक गेंद की प्राप्ति वास्ते एडा वड्डा उच्चा लम्मा लक्कड़ का दरवाजा जेड़ा अपने सिर की ताकत नाल खोल लिया। भानीए याद रखी, तेरा पुत्र अर्जन एक दिन धर्म का दरवाजा खुला रखण लई अपने सिर धड़ की बाजी भी ला देगा।
ਭਾਨੀਏ ਧਰਮ ਦਾ ਦਰਵਾਜ਼ਾ ਖੁੱਲਾ ਰੱਖਣ ਵਾਸਤੇ ਸਿਰ ਧੜ ਦੀ ਬਾਜੀ ਲਾਉਣੀ ਪੈਂਦੀ ਹੈ, ਨਹੀਂ ਤਾਂ ਸਮਾਜ ਵਿੱਚੋਂ ਕੁਝ ਐਸੇ ਲੋਕ ਉੱਠਦੇ ਨੇ ਜਿਹੜੇ ਧਰਮ ਦਾ ਦਰਵਾਜ਼ਾ ਬੰਦ ਕਰ ਦੇਣਾ ਚਾਹੁੰਦੇ ਨੇ। ਸੱਚ ਵਿੱਚ ਮੁੜ ਕੇ ਵਕਤ ਆਇਆ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ, ਤਨ ਦਾ ਠੀਕਰਾ ਭੰਨ ਕੇ ਧਰਮ ਦਾ ਦਰਵਾਜ਼ਾ ਖੁੱਲਾ ਰੱਖਿਆ। ਵਕਤ ਆਪਣੀ ਚਾਲੇ ਅੱਗੇ ਤੁਰਿਆ। 1563 ਤੋਂ ਲੈ ਕੇ ਸਤੰਬਰ 1574 ਤੱਕ ਇਹ 11 ਸਾਲ ਦਾ ਸਮਾਂ ਬਣਦਾ। ਜਦੋਂ 1574 ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਜਵਾਈ ਭਾਈ ਜੇਠੇ ਨੂੰ ਗੁਰਤਾ ਗੱਦੀ ਦਿੱਤੀ, ਤੇ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਗੁਰੂ ਅਰਜਨ ਸਾਹਿਬ ਦੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣੇ, ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਭਲੇ ਪੁਰਸ਼ਾ ਗੋਇੰਦਵਾਲ ਸਾਹਿਬ ਨਹੀਂ ਟਿਕਣਾ, ਤੁਸੀਂ ਗੁਰੂ ਕੇ ਚੱਕ ਚਲੇ ਜਾਓ। ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ। ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋਤ ਸਮਾ ਗਏ, ਤੇ ਬਚਪਨ ਦੇ 11 ਸਾਲ ਗੁਰੂ ਅਰਜਨ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਗੁਜਰੇ। ਤੇ ਜਿੱਦਾਂ ਹੀ 11 ਸਾਲ ਕੰਪਲੀਟ ਹੋਏ, ਪਿਤਾ ਗੁਰੂ ਰਾਮਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ ਆ ਗਏ। ਜਿੱਦਾਂ ਹੀ ਗੁਰੂ ਕੇ ਚੱਕ ਆਏ, ਇਸ ਧਰਤੀ ਦਾ ਨਾਂ ਬਦਲ ਕੇ ਇਹਦਾ ਨਾਂ ਰਾਮਦਾਸ ਚੱਕ ਰੱਖ ਦਿੱਤਾ ਗਿਆ। ਹੁਣ 1574 ਤੋਂ ਲੈ ਕੇ ਤੇ ਸਨ 1606 ਦੀ 16 ਜੂਨ ਤੱਕ ਦਾ ਸਮਾਂ ਗੁਰੂ ਅਰਜਨ ਸਾਹਿਬ ਜੀ ਦਾ ਇਸ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਬਤੀਤ ਹੋਇਆ। 1574 ਵਿੱਚ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਆਏ। ਇਹਦਾ ਨਾਂ ਪਹਿਲਾ ਗੁਰੂ ਕਾ ਚੱਕ ਸੀ, ਦੂਜਾ ਨਾਂ ਰਾਮਦਾਸ ਚੱਕ ਬਣਿਆ, ਤੀਜਾ ਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਖਣਾ ਸ੍ਰੀ ਅੰਮ੍ਰਿਤਸਰ ਸਾਹਿਬ। ਸਮਾਂ ਅੱਗੇ ਤੁਰਿਆ। ਵਕਤ ਆਇਆ ਸਨ 1579 ਦਾ, 1579 ਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਲੰਧਰ ਦੇ ਲਾਗੇ ਫਿਲੌਰ ਤਹਿਸੀਲ ਦਾ ਪਿੰਡ ਮਊ ਪਿੰਡ ਦੇ ਰਹਿਣ ਵਾਲੇ ਭਾਈ ਕ੍ਰਿਸ਼ਨ ਚੰਦ ਦੀ ਧੀ ਮਾਤ ਗੰਗਾ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਹੋਇਆ। ਵਿਆਹ ਦਾ ਪ੍ਰਸੰਗ ਬੜਾ ਲੰਬੇਰਾ ਹੈ, ਔਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਪ੍ਰਕਾਸ਼ ਪੁਰਬ ਮੁਤਲਕ ਆਪ ਨਾਲ ਬਚਨ ਸਾਂਝ ਕਰਨੇ। 1579 ਵਿੱਚ ਸਾਹਿਬਾਂ ਦਾ ਵਿਆਹ ਹੋਇਆ। ਵਕਤ ਆ ਗਿਆ, ਸਿਰਫ 2 ਸਾਲ ਹੋਰ ਗੁਜ਼ਰੇ, ਸਮਾਂ ਆ ਗਿਆ 1581 ਦਾ। ਸਿਰਫ ਤਾਂ ਸਿਰਫ 7 ਸਾਲ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣ ਕੇ ਰਹੇ, ਸਿਰਫ 7 ਸਾਲ। 1581 ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ। ਸਾਰੇ ਪਰਿਵਾਰ ਨੂੰ ਅੰਮ੍ਰਿਤਸਰ ਤੋਂ ਨਾਲ ਲਿਆ ਤੇ ਗੋਇੰਦਵਾਲ ਸਾਹਿਬ ਆ ਗਏ। ਤੁਹਾਨੂੰ ਪਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਜੋਤੀ ਜੋਤ ਸਮਾਉਂਦੇ। ਇਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਾਹਿਬ ਪਹੁੰਚੇ ਨੇ, ਪਰਿਵਾਰ ਸਮੇਤ ਪਹੁੰਚੇ ਨੇ। ਤਿੰਨੇ ਪੁੱਤਰ ਨਾਲ ਨੇ, ਤਿੰਨੇ ਪੁੱਤਰਾਂ ਦਾ ਪਰਿਵਾਰ ਨਾਲ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਬਾਬੇ ਨਾਨਕ ਦੇ ਘਰ ਦੀ ਗੁਰਤਾ ਗੱਦੀ ਵਾਲੀ ਦਸਤਾਰ ਪਕੜਾਈ। ਹੁਕਮ ਕੀਤਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਸਜਾ ਦਿਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਪ੍ਰਾਪਤ ਕਰਕੇ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦੀ ਦਸਤਾਰ
गुरु अर्जन साहब के सीस ते सजा दिते। 1581 विच धन गुरु अर्जन साहब महाराज गुरु नानक दे घर दे 5वें वारस बन गए। हुण 5वें वारस बनन तो बाद जिस सरोवर दे विच हरमंदर साहब बने, इस सरोवर की नींह गुरु रामदास पातशाह जी ने बाबा बुढ़ा जी तो रखवाई। फिर ध्यान देना बचना वाल, जिस सरोवर दे विच हरमंदर साहब बने हैं, इस सरोवर की नींह गुरु रामदास पातशाह जी ने बाबा बुढ़ा जी तो रखवाई। सरोवर के 3 हिस्से बने सन, एक हिस्सा हजे कंप्लीट नहीं सी होया कि गुरु रामदास पातशाह ज्योति जोत समा गए। ते गुरु अर्जन साहब जी ने जिदन वो सरोवर का चौथा किनारा भी कंप्लीट कर लिया, ते गुरु रामदास पातशाह जी सरोवर का नाम रखिया सी अमृतसर। जिस सरोवर में हरमंदर साहब बने हैं, उस सरोवर का नाम है अमृतसर। जिदा संतोख सर, विवेक सर, राम सर, इदा ही इस सरोवर का नाम है अमृतसर। जिदन वो सरोवर कंप्लीट हो गया, गुरु अर्जन साहब जी ने उसे दिन शहर का नाम बदल के रामदास चक तो अमृतसर रख दिता। उस सरोवर के नाम तो शहर का नाम पिया। वक्त अगे तुरिया, गुरु रामदास पातशाह ने एक नक्शा दिता सी गुरु अर्जन साहब जी ने। उस नक्शे के उत्ते चलदियां गुरु अर्जन साहब महाराज जी ने 20 अक्टूबर सन 1588 नूं उस सरोवर दे ऐन विचकार साईं मियाँ मीर जी पासों हरमंदर साहब की नींह रखाई। 1588 तो लैके 1591 तक 1591 तक 3 साल लगे हरमंदर साहब की बिल्डिंग नूं तैयार होंदे। फिर गुरु अर्जन साहब महाराज बिल्डिंग तैयार करके प्रचारक दौरे ते निकलते। सब तो पहला नगर वसाने आरंभ करते हैं। अमृतसर दी लागे नवा नगर वसाया श्री तरन तारण साहिब। हुण नगर वसाने कोई खाला जी का वाड़ा नहीं है, उत्ते हर सहूलत मुहैया कराउणी हुंदी। फिर गुरु अर्जन साहब जी ने 1597 विच जलंधर दे लागे करतारपुर वसाया। उस करतारपुर नूं प्रमोट किया। फिर वक्त अगे तुरिया, धन गुरु अर्जन साहब जी ने भाई कल्याणा जी नूं बुलाया। आखिया भाई कल्याणा जी, हरमंदर साहब की बिल्डिंग बन के तैयार हो गई है, असी तैनू लकड़ की चोण करन भेजदे हां। दरवाजियां वास्ते ऐसी लकड़ चुन के लियाउणा जिहड़े दरवाजे सैकड़े साल चलन। ते संगत जी 17 जंगलों विच भाई कल्याणा घुमिया। 18वें जंगल विचों उन्हों लकड़ की प्राप्ति हुई। पता लकड़ कित्थों खरीदी गई? सोच के देखो, कित्ते अमृतसर शहर है ते कित्ते हिमाचल प्रदेश का मंडी का इलाका। हिमाचल प्रदेश के मंडी के इलाके चों भाई कल्याणे ने लकड़ खरीदी ते लकड़ खरीद के बैल गड्डी ते लद के ये अमृतसर शहर पहुंचया। थे गुरु अर्जन साहब जी ने कहा, भाई कल्याणिया, ये लकड़ इत्थे क्यों ले आए हैं? सतगुरु दरवाजे लई। कहन लगे, वो तो ठीक है, पर ये लकड़ तू करतारपुर साहब ले जा, जिहड़ा जलंधर दे लागे असी करतारपुर वसाया, उत्थे सिर्फ लकड़ की कढ़ाई हुंदी है। ये लकड़ ते उत्थे कढ़ाई होवेगी, सोहणे दरवाजे बननगे तां दरवाजे लगण। 1598 विच हरमंदर साहब नूं दरवाजे लगे। ते संगत जी हुण अपने हिरदे की दहलीज च चंगी तरह सोचो ते पुछो अपने हिरदे नूं कि 1598 विच जिहड़े दरवाजे लगे वो
ਅਗਸਤ 2013 ਤੱਕ ਚੱਲਦੇ ਰਹੇ। ਅਗਸਤ 2013 ਨੂੰ ਹਰਮੰਦਰ ਸਾਹਿਬ ਦੇ ਦਰਵਾਜ਼ੇ ਜ਼ਬਰਦਸਤੀ ਬਦਲਣ ਦੀ ਲੋੜ ਨਹੀਂ ਸੀ। ਕਿੰਨੇ ਸੈਂਕੜੇ ਸਾਲ ਉਹ ਦਰਵਾਜ਼ੇ ਚੱਲ ਗਏ। ਭਾਈ ਕਲਿਆਣਾ ਜੀ ਦੀ ਸੋਚ ਕਿੱਡੀ ਕੁ ਪਵਿੱਤਰ ਹੋਏਗੀ। ਸਮਾਂ ਹੋਰ ਆਪਣੀ ਚਾਲੇ ਅੱਗੇ ਤੁਰਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਦੇ ਆਖੇ ਹੋਏ ਬਚਨ ਦੋਏ ਥਾ ਬਾਣੀ ਕਾ ਬੋਏ ਥਾ ਹੋਵੇਗਾ। 2339 ਸ਼ਬਦ ਆਪ ਜੀ ਦੇ ਬਾਣੀ ਅੰਦਰ, ਬੇਅੰਤ 94 ਬਾਣੀਆਂ ਆਪ ਜੀ ਦੀਆਂ। ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਤੇ ਆਪ ਨੇ 1 ਸਤੰਬਰ ਸਨ 1604 ਨੂੰ ਹਰਮੰਦਰ ਸਾਹਿਬ 'ਚ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਵਕਤ ਦੀ ਗਰਦਿਸ਼। ਹੁਣ ਮੈਂ ਆਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਪਾਸੇ। ਸੰਗਤ ਜੀ, 21 ਅਪ੍ਰੈਲ ਸਨ 1621 ਨੂੰ, ਤੁਹਾਡੇ ਕਈਆਂ ਦੇ ਮਨ 'ਚ ਭੁਲੇਖਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਗੁਰਪੁਰਬ ਹੈ ਜਾਂ 401 ਸਾਲਾ। ਹੁਣ ਆਪ ਤਵੱਜੋ ਦੇਣਾ। 21 ਅਪ੍ਰੈਲ ਸਨ 1621 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੁੰਦਾ। 1621 ਵਿੱਚ 400 ਜੋੜਾਂਗੇ ਤੇ ਬਣ ਜਾਏਗਾ 2021। ਇਹਦਾ ਮਤਲਬ 400 ਸਾਲਾ ਗੁਰਪੁਰਬ ਸੀ ਪਿਛਲੇ ਸਾਲ 2021 ਵਿੱਚ। ਹੁਣ ਚੱਲ ਰਿਹਾ 2022। ਇਹ ਹੈ 401ਵਾਂ ਪਾਵਨ ਪ੍ਰਕਾਸ਼ ਗੁਰਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਭਾਰਤ ਸਰਕਾਰ ਵੱਲੋਂ ਤੇ ਦਿੱਲੀ ਕਮੇਟੀ ਵੱਲੋਂ 400 ਸਾਲਾ ਇਸ ਸਾਲ ਕਿਉਂ ਮਨਾਇਆ ਗਿਆ? ਇਹਦਾ ਇੱਕ ਕਾਰਨ ਸੀ। ਪਿਛਲੇ ਸਾਲ ਦਿੱਲੀ ਦੀਆਂ ਸੜਕਾਂ ਤੇ ਪੂਰੇ ਭਾਰਤ ਦੇਸ਼ ਦੀਆਂ ਸੜਕਾਂ ਤੇ ਮੌਤ ਆਪਣਾ ਨੰਗਾ ਨਾਚ ਨੱਚ ਰਹੀ ਸੀ। ਲੋਕ ਆਕਸੀਜਨ ਦੇ ਲਈ ਤਰਾ ਮਚਾ ਰਹੇ ਸਨ ਤੇ 2000 ਵਾਲਾ ਸਿਲੰਡਰ 50 ਹਜ਼ਾਰ 'ਚ ਆਕਸੀਜਨ ਦਾ ਖਰੀਦ ਰਹੇ ਸਨ। ਧੜਾ ਧੜ ਘਰਾਂ ਦੇ ਘਰ ਖਾਲੀ ਹੋ ਰਹੇ ਸਨ ਤੇ ਲੋਕ ਘਰਾਂ ਵਿੱਚ ਬੈਠੇ ਆਪਣਿਆਂ ਦੀ ਸਲਾਮਤੀ ਲਈ ਮਾਲਕ ਅੱਗੇ ਤਰਲੇ ਤੇ ਅਰਦਾਸਾਂ ਬੇਨਤੀਆਂ ਕਰ ਰਹੇ ਸਨ। ਪਿਛਲੇ ਸਾਲ ਇਹ 400 ਸਾਲਾ ਸ਼ਤਾਬਦੀ ਕਿਸੇ ਵੀ ਗੁਰਦੁਆਰੇ ਨਹੀਂ ਮਨਾਈ ਗਈ। ਕਿਸੇ ਵੀ ਵੱਡੀ ਕਮੇਟੀ ਵੱਲੋਂ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਹਾਂ, ਦਿੱਲੀ ਕਮੇਟੀ ਵੱਲੋਂ ਪਿਛਲੇ ਸਾਲ ਵੀ ਇਹ ਲਾਲ ਕਿਲੇ ਤੇ ਪ੍ਰੋਗਰਾਮ ਕਰਨ ਦਾ ਸਿਲਸਿਲਾ ਬਣਾਇਆ ਗਿਆ, ਪਰਮਿਸ਼ਨ ਲਈ ਲੈਟਰ ਦਿੱਤਾ ਗਿਆ। ਪਰ ਜਿੱਦਾਂ ਹੀ ਅਪ੍ਰੈਲ ਮਹੀਨਾ ਸ਼ੁਰੂ ਹੋਇਆ, ਆਕਸੀਜਨ ਦੀ ਕਮੀ ਤੇ ਕੋਵਿਡ ਦੀ ਤੀਸਰੀ ਲਹਿਰ ਸ਼ੁਰੂ ਹੋਈ ਤੇ ਸਰਕਾਰ ਵੱਲੋਂ ਇਜਾਜ਼ਤ ਨਹੀਂ ਮਿਲੀ। ਕਾਦਰ ਦੀ ਕੁਦਰਤ ਸੀ, ਕਿਤੇ ਸਿੱਖ ਪਰਮਿਸ਼ਨ ਮੰਗਣ ਜਾਂਦੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਉਣਾ ਹੈ ਤੇ ਸਰਕਾਰ ਆਪ ਤੁਰ ਕੇ ਆਈ, ਸਿੱਖੋ ਉਠੋ, ਆਪਾਂ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਹੀ ਸਮਾਗਮ ਕਰਦੇ ਹਾਂ। ਇਹ ਵੀ ਇੱਕ ਨਵੇਕਲੀ ਬਾਤ ਸੀ ਕਿ ਕਿਸੇ ਵੀ ਧਰਮ ਦਾ ਕੋਈ ਧਾਰਮਿਕ ਪ੍ਰੋਗਰਾਮ ਲਾਲ ਕਿਲੇ ਦੀ ਹਿੱਕ ਵਿੱਚ ਅੱਜ ਤੱਕ ਨਹੀਂ ਸੀ ਹੋਇਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 21 ਅਪ੍ਰੈਲ ਸਨ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਹੋਇਆ। ਸੰਗਤ ਜੀ, ਇੱਕ ਗੱਲ ਚੇਤੇ ਰੱਖਣਾ ਕਿ ਇਹ ਸੁਭਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਿਆ ਹੈ। ਪਤਾ ਕਿਹੜਾ? ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਕਿਸੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਨਹੀਂ ਹੋਇਆ।
ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਬਾਕੀ ਕਿਸੇ ਗੁਰੂ ਦਾ ਪ੍ਰਕਾਸ਼ ਇੱਥੇ ਨਹੀਂ ਹੋਇਆ। ਤੇ ਹਰਮੰਦਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ਪਤਾ ਕਿੰਨੀ ਦੂਰ ਹੈ? ਸਿਰਫ ਇੰਨੀ ਦੂਰੀ ਤੇ ਹੈ ਜਿੰਨਾ ਬੰਗਲਾ ਸਾਹਿਬ ਤੋਂ ਰਕਾਬਗੰਜ ਗੁਰਦੁਆਰਾ ਦੂਰ ਹੈ। ਪੈਦਲ ਦਾ ਰਸਤਾ ਹੈ। ਪਰ ਹਰਮੰਦਰ ਸਾਹਿਬ ਜਾਣ ਵਾਲੇ ਸਿੱਖ ਨੂੰ ਇਹ ਵੀ ਨਹੀਂ ਪਤਾ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਵਾਲਾ ਅਸਥਾਨ ਵੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੇਵਾ ਕਰਨੀ ਹਰਮੰਦਰ ਸਾਹਿਬ ਆ ਕੇ, ਪਰ ਆਪਣਾ ਜਿਹੜਾ ਘਰ, ਆਪਣੀ ਜਿਹੜੀ ਰਿਹਾਇਸ਼ ਬਣਾਈ ਹੋਈ ਸੀ ਉਹ ਕੁਝ ਦੂਰੀ ਤੇ ਸੀ। ਤੇ ਆਪਣੇ ਘਰ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੇ ਮਹਿਲ ਰੱਖਿਆ ਹੋਇਆ ਸੀ। ਇਸ ਗੁਰੂ ਕੇ ਮਹਿਲ ਦੇ ਪਾਵਨ ਅਸਥਾਨ ਤੇ 21 ਅਪ੍ਰੈਲ ਸਨ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਮੰਦਰ ਸਾਹਿਬ ਵਿੱਚ ਨੇ। ਸਿੱਖ ਨੇ ਆ ਕੇ ਖਬਰ ਦਿੱਤੀ, ਪਾਤਸ਼ਾਹ ਤੁਹਾਡੇ ਘਰ 5ਵੇਂ ਪੁੱਤਰ ਦਾ ਆਗਮਨ ਹੋਇਆ। 5ਵੇਂ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵਕਤ ਸੰਗਤਾਂ ਨੂੰ ਨਾਲ ਲੈ ਕੇ, ਮਿਠਾਈ ਨਾਲ ਲੈ ਕੇ ਹਰਮੰਦਰ ਸਾਹਿਬ ਤੋਂ ਗੁਰੂ ਕੇ ਮਹਿਲ ਆਪਣੇ ਘਰ ਆ ਗਏ। ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੋਦੀ ਵਿੱਚੋਂ ਬਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਦੀ 'ਚ ਚੁੱਕਿਆ। ਅੱਖਾਂ 'ਚ ਅੱਖਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਦੇਰ ਲਈ ਬੜੀ ਨੀਝ ਨਾਲ ਰੀਝਾਂ ਲਾ ਕੇ ਵੇਖਦੇ ਰਹੇ। ਵੇਖਦਿਆਂ ਵੇਖਦਿਆਂ, ਚਿਹਰਾ ਤੱਕਦਿਆਂ ਮੁਖੜੇ ਤੋਂ ਬੋਲ ਕਹੇ, ਬੇਟਾ ਤੂੰ ਤੇ ਰੱਜ ਕੇ ਤਿਆਗੀ ਲੱਗਦਾ ਹੈ, ਤੂੰ ਤੇ ਨਿਰੀ ਤਿਆਗ ਦੀ ਮੂਰਤ ਲੱਗਦਾ ਹੈ। ਚਿਹਰੇ ਤੋਂ ਤਿਆਗੀ ਤੇ ਤਿਆਗ ਦੀ ਮੂਰਤ ਨਜ਼ਰ ਆਉਣ ਵਾਲਿਆ, ਅੱਜ ਤੈਨੂੰ ਮੇਰੀ ਗੋਦੀ ਨਸੀਬ ਹੋਈ ਹੈ। ਲੈ ਤੈਨੂੰ ਆਪਣੀ ਗੋਦੀ 'ਚ ਚੁੱਕ ਕੇ ਅੱਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਤੂੰ ਤਿਆਗ ਦੀ ਮੂਰਤ ਲੈ ਕੇ ਪੈਦਾ ਹੋਇਆ, ਤੇਰਾ ਨਾਮ ਮੈਂ ਤਿਆਗਮਲ ਰੱਖ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਨਾਂ ਤਿਆਗਮਲ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ। ਵਕਤ ਅੱਗੇ ਚੱਲਿਆ। ਸਤੰਬਰ 1630 ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ 9 ਸਾਲ ਦੇ ਹੁੰਦੇ, ਇਸ 9 ਸਾਲ ਦੇ ਵਕਫੇ ਵਿੱਚ ਇੱਕ ਘਟਨਾ ਬਾ ਕਮਾਲ ਵਾਪਰਦੀ। ਸਨ 1627 ਵਿੱਚ ਤਿਆਗਮਲ ਦੇ ਸਭ ਤੋਂ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਇਆ। ਬਰਾਤ ਤੁਰਨ ਲੱਗੀ। ਮਾਂ ਨੇ ਸਭ ਤੋਂ ਛੋਟੇ ਪੁੱਤਰ ਤਿਆਗਮਲ ਨੂੰ ਬੜੀਆਂ ਰੀਝਾਂ ਲਾ ਕੇ ਸੋਹਣੀ ਸ਼ਨੀਲ ਦੀ ਪੁਸ਼ਾਕ ਪਵਾਈ ਹੈ। ਪੋਹ ਦਾ ਮਹੀਨਾ ਸੀ। ਬਰਾਤ ਤੁਰੀ ਜਾ ਰਹੀ ਹੈ ਘਰ ਤੋਂ, ਤੇ ਕੁਝ ਦੂਰੀ ਤੇ ਤਿਆਗਮਲ ਨੇ ਕੀ ਵੇਖਿਆ ਕਿ ਕੁਝ ਬੱਚੇ ਜਾਂਦੀ ਹੋਈ ਬਰਾਤ ਨੂੰ ਦੇਖਣ ਆਏ। ਉਹਨਾਂ ਬੱਚਿਆਂ ਵਿੱਚੋਂ ਇੱਕ ਉਹ ਬੱਚਾ ਵੀ ਹੈ ਜਿਹਦੇ ਤਨ ਤੇ ਕੋਈ ਪੁਸ਼ਾਕ ਨਹੀਂ ਹੈ। ਪੋਹ ਦੇ ਮਹੀਨੇ ਦੀ ਠੰਡ ਵਿੱਚ ਠਰ ਰਿਹਾ ਹੈ। ਬਰਾਤ ਤੁਰ ਰਹੀ ਹੈ, ਅੱਗੇ ਵੱਧ ਰਹੀ ਹੈ, ਤੇ ਤਿਆਗਮਲ ਨੇ ਆਪਣੀ ਕੀਮਤੀ ਪੁਸ਼ਾਕ ਉਤਾਰ ਦਿੱਤੀ। ਉਤਾਰ ਕੇ ਉਸ ਬੱਚੇ ਦੇ ਤਨ ਤੇ ਪਵਾ ਦਿੱਤੀ, ਤੇ ਆਪ ਆਪਣਾ ਨੰਗਾ ਤਨ ਲੈ ਕੇ ਦੌੜ ਕੇ ਆਪਣੀ ਮਾਂ ਕੋਲ ਆ ਗਏ। ਮਾਂ ਨੇ ਦੇਖਿਆ
कि पुत्र दे तन ते पोशाक भी नहीं। पुछया बेटा पोशाक किथे? आखिया मां ओ बरात देखण एक गरीब बच्चा आया सी, ओदे तन ते कोई पोशाक नहीं सी, पोह दे महीने दी ठंड विच ठरदा सी। मैं सोचिया मेरी मां मैनू होर पोशाक पवा देगी, मैं इस बच्चे दा तन ही ढक दियां। मां गुस्से विच आके त्यागमल नूं डांटण लगी ते कोल आके गुरु हरगोबिंद साहिब कहंदे ने, नानकी गुस्सा ना कर पुੱਤ ते, डांट ना पुੱਤਰ नूं, ये ते त्याग दी मूरत ही पैदा होए सन, इन्हें त्यागण दा कारज आरंभ कर दिता है। अज ये किसे दे नंगे हुए तन नूं नहीं देख पा रहा ते अपने तन दी पोशाक उहदे तन ते पा रहा है। नानकी जिदन एदियां अखां दे सामने किसे दा धर्म नंगा होएगा, ये अपने तन दी चादर बना के उहदे धर्म दा नंगेज ढक लेगा। सच विच पिता गुरु हरगोबिंद साहिब दे आखे हुए बोल वो बाद विच पूरे होंदे। वक़्त 1630 दा आ गया। हुण एक गल फिर चेते रखना, 1574 नूं गुरु रामदास पातशाह गुरु बनते ने ते गुरु बन के अमृतसर शहर च आउंदे। उस तो 4 साल पिछे 1570 विच अमृतसर शहर वस गया। 1570 तो लैके 1630 तक 60 साल का समा बनता है। 60 साल सिੱਖੀ दे प्रचार का केंद्र अमृतसर शहर रहा। 1630 विच गुरु हरगोबिंद साहिब ने फैसला किया कि हुण सिੱਖੀ दे प्रचार का केंद्र असी बदल लैना। अपने वड्डे पुत्र बाबा गुरदित्ता जी नूं भेज के नवां नगर कीरतपुर साहिब वसाया ते जिद्दां ही कीरतपुर वस गया, 1630 नूं गुरु हरगोबिंद साहिब ने अमृतसर शहर छड्ड दिता। परिवार नूं नाल लैके कीरतपुर साहिब आ गए। मुड़ के गुरु हरगोबिंद साहिब महाराज अमृतसर नहीं गए। 1630 तो लैके 1665 तक किसी गुरु पातशाह ने अमृतसर शहर नूं टिकाणा नहीं बनाया। 1665 विच गुरु तेग बहादुर साहब ने गुरु बन के इत्थे आउणा। मैं वो अगे जिक्र करना। सतगुरु गुरु तेग बहादुर साहब महाराज 1630 नूं परिवार समेत कीरतपुर साहिब की धरती ते आ गए। वक़्त अगे चलिया। एक मुसलमान बच्चा 9 साल का अत का बीमार सी। पिता चलाना कर गया, मां भी चली गई। उस अनाथ बच्चे नूं ओदी नानी गुरु हरगोबिंद साहिब कोल छड्ड गई। सतगुरु ने ओदी दवा दारू की, अपनी गोदी च लिठा के रूह की बट्टी दुध च भ्यों के उन्होंने दुध पिया लिया। पहनदे खां ठीक हो गया, नौजवान बन गया। इन्हें कई साल गुरु हरगोबिंद साहिब जी की फौज विच फौज का मुखी बन के सेवा की। सतगुरु ने इनू घोड़ा अरबी नस्ल का कीमती दुशाला ते एक पोशाक भेटा की। आख्या तू घरों जदों आया करेगा घोड़ा ते पोशाक पा के आनी, घोड़ा नाल लैके आना। कहता ठीक है। इस पहनदे खां ने वो घोड़ा ते पोशाक अपने जवाई नूं दे दित्ती। हुण सतगुरु दे दरबार आवे ते पातशाह कहण घोड़ा कित्थे है? कहंदा जी घर। पोशाक कित्ते घर? इस समर्थ गुरु नूं भी झूठ बोलण लग पिया। घोड़ा देता जवाई अपने उस्मान खान नूं, पोशाक भी दे दित्ती। सतगुरु ने एक दिन सख्ती नाल इहदे को पुछया, पैंदे खां घोड़ा कित्थे? कहंदा मैं तुहाडे दर लई इन्ना कुछ कीता, इन्नी 3 जंगां जित के तुहाडी झोली पाईयां ने, की होया जे घोड़ा ते पोशाक रख लई? सतगुरु कहंदे पैंदे खां जुबान संभाल के गल कर, अंकार विच नहीं।
ਨਿਮਰਤਾ ਵਿੱਚ ਗੱਲ ਕਰ। ਇਹ ਕਬੂਲ ਬੋਲਦਾ ਹੋਇਆ ਚਲਾ ਗਿਆ, ਕਹਿੰਦਾ ਮੈਂ ਤੁਹਾਨੂੰ ਦੇਖ ਲਵਾਂ। ਪੈਂਦੇ ਖਾਨ ਨੇ ਆਪਣੇ ਜਵਾਈ ਉਸਮਾਨ ਖਾਨ ਨੂੰ ਸੱਦਿਆ, ਲਾਹੌਰ ਦੇ ਹਾਕਮ ਜੈਨ ਖਾਨ ਨੂੰ ਤੇ ਕਾਲੇ ਖਾਨ ਨੂੰ ਸੱਦਿਆ। ਇਹ ਬਹੁਤ ਵੱਡੀ ਫੌਜ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗ ਕਰਨ ਲਈ ਆ ਗਿਆ। ਤੇ ਸਤਿਗੁਰੂ ਉਦੋਂ ਪ੍ਰਚਾਰਕ ਦੌਰੇ ਤੇ ਨਿਕਲੇ ਸਨ, ਤੇ ਪਤਾ ਗੁਰੂ ਹਰਗੋਬਿੰਦ ਸਾਹਿਬ ਉਦੋਂ ਕਿੱਥੇ ਸਨ। ਇਹ ਵਕਤ ਸੀ 23 ਮਾਰਚ ਸਨ 1634 ਦਾ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਹੜਾ ਜਲੰਧਰ ਦੇ ਲਾਗੇ ਕਰਤਾਰਪੁਰ ਹੈ, ਜਿਹੜਾ ਗੁਰੂ ਅਰਜਨ ਸਾਹਿਬ ਜੀ ਨੇ ਵਸਾਇਆ, ਸਤਿਗੁਰੂ ਇਸ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੈਂਦੇ ਖਾਂ ਫੌਜ ਲੈ ਕੇ ਆ ਗਿਆ। ਤਿਆਗਮਲ ਵੀ ਉੱਥੇ ਹੈ। ਖਬਰ ਮਿਲੀ ਕਿ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਅੱਜ ਪੈਂਦੇ ਖਾਂ ਨਾਲ ਜੰਗ ਹੋਣ ਲੱਗੀ। ਆਪਣੀ ਮਾਤਾ ਨਾਨਕੀ ਕੋਲ ਆਏ ਤਿਆਗਮਲ, ਆ ਕੇ ਕਹਿੰਦੇ ਨੇ, ਮਾਂ ਜੀ ਮੈਨੂੰ ਵੀ ਆਗਿਆ ਦਿਓ, ਤੁਹਾਡਾ ਤਿਆਗਮਲ ਹੱਥ 'ਚ ਤੇਗ ਪਕੜ ਕੇ ਮੈਦਾਨੇ ਜੰਗ ਵਿੱਚ ਜੂਝਣਾ ਚਾਹੁੰਦਾ ਹੈ। ਮਾਤ ਨਾਨਕੀ ਪੁੱਤਰ ਨੂੰ ਜੰਗ ਵਿੱਚ ਜਾਣ ਲਈ ਸਾਫ਼ ਇਨਕਾਰ ਕਰ ਦਿੰਦੇ ਨੇ, ਕਹਿੰਦੇ ਨੇ ਬੇਟਾ ਤੇਰੀ ਉਮਰ ਛੋਟੀ। ਫਿਰ ਤਿਆਗਮਲ ਨੇ ਜਿੱਦ ਕੀਤੀ ਤੇ ਮਾਤ ਨਾਨਕੀ ਕਹਿੰਦੇ ਨੇ ਜਾਓ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਛ ਲਓ। ਤਿਆਗਮਲ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ, ਹੱਥ ਜੋੜ ਬੇਨਤੀ ਕੀਤੀ, ਪਿਤਾ ਗੁਰੂ ਜੀ ਮੈਂ ਵੀ ਹੱਥ 'ਚ ਤੇਗ ਪਕੜ ਕੇ ਪੈਂਦੇ ਖਾਨ ਨਾਲ ਹੋਣ ਵਾਲੀ ਜੰਗ ਵਿੱਚ ਜੰਗ ਦੇ ਜੋਹਰ ਦਿਖਾਉਣਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ ਮੁਸਕਰਾਏ, ਕਹਿੰਦੇ ਨੇ ਹਾਂ ਤਿਆਗਮਲ ਕਿਉਂ ਨਹੀਂ। ਆਪਣੇ ਹੱਥੀਂ ਤੇਗ ਪਕੜਾਈ, ਕਿਰਪਾਨ ਪਕੜਾਈ, ਆਖਿਆ ਪਕੜੋ ਤੇਗ। ਸੰਗਤ ਜੀ ਕਿਰਪਾਨ ਦੇ ਲਈ ਦੂਸਰਾ ਲਫ਼ਜ਼ ਤੇਗ ਵੀ ਹੈ। ਤੇਗ ਮਾਨੇ ਵੀ ਕਿਰਪਾਨ ਹੁੰਦਾ। ਹੱਥੋਂ ਤੇਗ ਪਕੜਾਈ, ਆਖਿਆ ਲੈ ਤਿਆਗਮਲ ਜੰਗ ਵਿੱਚ ਜੋਹਰ ਦਿਖਾ। 23 ਮਾਰਚ ਸਨ 1634 ਨੂੰ ਪੈਂਦੇ ਖਾਨ ਨਾਲ ਹੁੰਦੀ ਜੰਗ ਵਿੱਚ ਤਿਆਗਮਲ ਬੜੀ ਬਹਾਦਰੀ ਨਾਲ ਤੇਗ ਚਲਾਉਂਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਆਪਣੇ ਪੁੱਤਰ ਵੱਲ ਦੇਖਦੇ ਨੇ, ਕਹਿੰਦੇ ਨੇ ਤਿਆਗਮਲ ਤੂੰ ਵਾਕਿਆ ਹੀ ਅੱਜ ਤੇਗ ਬੜੀ ਬਹਾਦਰੀ ਨਾਲ ਚਲਾਈ ਹੈ। ਅੱਜ ਤੋਂ ਬਾਅਦ ਤੇਰਾ ਨਾਂ ਤਿਆਗਮਲ ਨਹੀਂ, ਅੱਜ ਤੋਂ ਤੇਰਾ ਨਾਂ ਤੇਗ ਬਹਾਦਰੀ ਨਾਲ ਚਲਾਉਣ ਕਰਕੇ ਤੇਗ ਬਹਾਦਰ ਹੋਵੇਗਾ। 23 ਮਾਰਚ ਸਾਲ 1634 ਨੂੰ ਆਪ ਜੀ ਦਾ ਨਾਂ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਗਿਆ। ਸਮਾਂ ਅੱਗੇ ਚੱਲਿਆ ਤੇ ਵਕਤ ਆਇਆ ਸਨ 1665 ਦਾ। ਮਾਰਚ 1665 ਨੂੰ ਦਿੱਲੀ ਦੀ ਧਰਤੀ ਤੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਸੰਗਤ ਜੀ ਆ ਵੀ ਇੱਕ ਨਵੇਕਲਾ ਇਤਿਹਾਸ ਸੀ। 18 ਸਤੰਬਰ 1539 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਨੇ। ਪਹਿਲਾਂ ਤਖਤ ਤੇ ਬਿਠਾਉਂਦੇ ਨੇ, ਬਾਬਾ ਬੁੱਢਾ ਜੀ ਕੋਲੋਂ ਗੁਰਤਾ ਗੱਦੀ ਦੀ ਦਸਤਾਰ ਸਜਵਾਉਂਦੇ ਨੇ। 5 ਪਰਿਕਰਮਾ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਗੁਰੂ ਜੋਤ ਸਨਮੁਖ ਹੋ ਕੇ ਟਿਕਾਉਂਦੇ। ਫਿਰ 1552 ਨੂੰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ। ਸਾਰੇ ਗੁਰੂ ਪਾਤਸ਼ਾਹ ਸਨਮੁਖ ਬਿਠਾ ਕੇ ਗੁਰਤਾ ਗੱਦੀ ਦਿੰਦੇ ਰਹੇ, ਪਰ ਸਿਰਫ ਤਾਂ ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਦੀ ਧਰਤੀ ਪੰਜਾਬ ਵਿੱਚ ਨੇ। ਸੈਂਕੜੇ ਕਿਲੋਮੀਟਰ ਦੀ ਦੂਰੀ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਨਹੀਂ ਹਨ। ਇੰਨੀ ਦੂਰੋਂ ਗੁਰਤਾ ਗੱਦੀ ਦਿੱਤੀ ਸਿਰਫ ਆ 2 ਬੋਲਾਂ ਦੇ ਆਧਾਰ ਤੇ। ਬਾਬਾ ਬਸੇ ਗ੍ਰਾਮ ਬਕਾਲੇ
ਬਨ ਗੁਰ ਸੰਗਤ ਸਰਬ ਸੰਭਾਲੇ। ਸਾਡੇ ਤੋਂ ਬਾਅਦ ਜਿਨ੍ਹਾਂ ਨੇ ਗੁਰੂ ਬਣਨਾ ਹੈ ਉਹ ਰਿਸ਼ਤੇ ਵਿੱਚ ਸਾਡੇ ਬਾਬਾ ਜੀ ਲੱਗਦੇ ਨੇ, ਭਾਵ ਦਾਦਾ ਜੀ ਲੱਗਦੇ ਨੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੋਤਾ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਿਸ਼ਤੇ ਵਿੱਚ ਦਾਦੇ ਨੇ। ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਰਬ ਸੰਭਾਲੇ, ਤੇ ਗੁਰੂ ਬਣ ਕੇ ਸਾਰੀ ਸੰਗਤ ਨੂੰ ਹੁਣ ਉਹੀ ਸੰਭਾਲਣ। ਗੁਰਤਾ ਗੱਦੀ ਬਖਸ਼ ਦਿੱਤੀ। ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ। ਕੁਝ ਦਿਨ ਪਹਿਲਾਂ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਇੱਕ ਪਰਿਵਾਰ ਬੰਗਲਾ ਸਾਹਿਬ ਦਰਸ਼ਨ ਕਰਨ ਆਇਆ। ਉਹਨਾਂ ਨੇ ਦਰਸ਼ਨ ਜਦੋਂ ਕਰ ਲਏ ਤੇ ਸੇਵਾਦਾਰ ਤੋਂ ਪੁੱਛਿਆ, ਭਾਈ ਸਾਹਿਬ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਛੜੀ ਦੇ ਦਰਸ਼ਨ ਕਰਨੇ ਨੇ, ਉਹ ਛੜੀ ਕਿੱਥੇ ਹੈ? ਦੇਖੋ ਸਾਡੇ ਜੀਵਨ 'ਚ ਇਹ ਸਵਾਲ ਨਹੀਂ ਆਏ। ਤੇ ਜਿੱਦਾਂ ਹੀ ਸੇਵਾਦਾਰ ਨੂੰ ਪੁੱਛਿਆ ਉਹ ਵੀ ਹੈਰਾਨ ਹੋਇਆ ਵੀ ਸਾਡੇ ਮਨ 'ਚ ਖਿਆਲ ਨਹੀਂ ਆਇਆ ਪੁੱਛਣ ਦਾ ਵੀ ਛੜੀ ਕਿੱਥੇ ਹੈ। ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਤਾਬਿਆ ਤੇ ਭਾਈ ਸਾਹਿਬ ਬੈਠੇ ਨੇ ਉਹਨਾਂ ਤੋਂ ਪੁੱਛ ਲਓ। ਉਹ ਪਰਿਵਾਰ ਤਾਬਿਆ ਤੇ ਮੇਰੇ ਕੋਲ ਆ ਗਿਆ। ਕਹਿੰਦੇ ਭਾਈ ਸਾਹਿਬ ਅਸੀਂ ਛੜੀ ਦੇ ਦਰਸ਼ਨ ਕਰਨੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਛੜੀ ਕਿੱਥੇ ਹੈ? ਤੇ ਉਹਨਾਂ ਦੇ ਸਵਾਲ ਦਾ ਇਹ ਜਵਾਬ ਸੀ ਸੰਗਤ ਜੀ ਜੋ ਦਾਸ ਨੇ ਦਿੱਤਾ ਕਿ ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਸੀ, ਗੁਰਦੁਆਰਾ ਬੰਗਲਾ ਸਾਹਿਬ ਦੇ ਪਾਵਨ ਅਸਥਾਨ ਤੋਂ ਸਤਿਗੁਰੂ ਜਮਨਾ ਨਦੀ ਦੇ ਕਿਨਾਰੇ ਪਹੁੰਚਦੇ ਨੇ। ਸੰਗਤ ਨਾਲ ਪੈਦਲ ਜਾਂਦੀ ਹੈ, ਸਤਿਗੁਰੂ ਵੀ ਪੈਦਲ ਪਹੁੰਚਦੇ ਨੇ। ਜਮਨਾ ਨਦੀ ਦੇ ਕਿਨਾਰੇ ਤੇ ਸਤਿਗੁਰੂ ਇੱਕ ਚਾਦਰ ਵਿਛਾਉਂਦੇ ਤੇ ਚਾਦਰ ਦੇ ਉੱਤੇ ਸਭ ਤੋਂ ਪਹਿਲਾਂ ਉਸ ਛੜੀ ਨੂੰ ਹੀ ਲੰਮਿਆਂ ਪਾਉਂਦੇ ਨੇ। ਤੇ ਪਤਾ ਕੀ ਕਹਿੰਦੇ ਨੇ? ਸੰਗਤ ਜੀ ਜਿੱਥੇ ਸਾਡਾ ਸੰਸਕਾਰ ਹੋਵੇ ਉੱਥੇ ਨਾਲ ਇਸ ਛੜੀ ਦਾ ਸੰਸਕਾਰ ਵੀ ਕਰਨਾ। ਕੱਲ ਨੂੰ ਕਿਤੇ ਸੰਗਤ ਇਸ ਛੜੀ ਦੀ ਪੁਜਾਰੀ ਨਾ ਬਣ ਜਾਏ, ਕਿਤੇ ਭੁਲੇਖੇ ਵਿੱਚ ਗੁਰੂ ਸ਼ਬਦ ਤੋਂ ਟੁੱਟ ਨਾ ਜਾਏ। ਛੜੀ ਚਾਦਰ ਤੇ ਲੰਮੀ ਪਾ ਦਿੱਤੀ। ਉਸੇ ਚਾਦਰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਆਪ ਬੈਠ ਗਏ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਫਿਰ ਹੁਕਮ ਕੀਤਾ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਰਬ ਸੰਭਾਲੇ, ਕਹਿ ਕੇ ਬਚਨ ਗੁਰਤਾ ਗੱਦੀ ਵਾਲਾ ਦੇ ਕੇ ਆਪ ਉਸੇ ਚਾਦਰ ਤੇ ਲੰਮਾ ਪੈ ਕੇ ਦੂਸਰੀ ਚਾਦਰ ਸਾਹਿਬਾਂ ਨੇ ਆਪ ਉੱਪਰ ਲੈ ਲਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ, ਉਧਰ ਬਕਾਲੇ ਦੀ ਧਰਤੀ ਤੇ ਮੱਖਣ ਸ਼ਾਹ ਲੋਬਾਣਾ ਗੁਰੂ ਲਾਧੋ ਰੇ ਦਾ ਹੁਕਮ ਦਿੰਦਾ ਹੈ, ਸਤਿਗੁਰੂ ਨੂੰ ਪ੍ਰਗਟ ਕਰਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੁਣ ਭਾਈ ਮੱਖਣ ਸ਼ਾਹ ਲੋਬਾਣੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਆਉਂਦੇ ਨੇ। 1630 ਵਿੱਚ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਛੱਡਿਆ। 1665 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਏ। ਇਹ 34 ਸਾਲ ਦਾ ਵਕਫਾ ਬਣ ਜਾਂਦਾ ਹੈ। 34 ਸਾਲਾਂ ਬਾਅਦ ਆਏ ਨੇ। ਹੁਣ 34 ਸਾਲ ਤੱਕ ਹਰਿਮੰਦਰ ਸਾਹਿਬ ਦੀ ਦੇਖ ਰੇਖ ਅੰਮ੍ਰਿਤਸਰ ਦੇ ਮਸੰਦਾਂ ਕੋਲ ਹੈ। ਉਹਨਾਂ ਨੂੰ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਨੇ, ਸਾਡੀ ਦਾਲ ਰੋਟੀ ਬੜੀ ਹਰਿਮੰਦਰ ਸਾਹਿਬ ਤੋਂ ਸੌਖੀ ਚੱਲਦੀ ਹੈ, ਸਤਿਗੁਰੂ ਇੱਥੇ ਆ ਕੇ ਕਬਜ਼ਾ ਕਰ ਲੈਣਗੇ, ਸਾਡੀ ਰੋਟੀ ਹੱਥੋਂ ਖੋਈ ਜਾਏਗੀ। ਉਹਨਾਂ ਨੇ ਫਟਾਫਟ ਤਾਰੇ ਚਾਰਾਂ ਦੇ ਚਾਰਾਂ ਦਰਵਾਜ਼ਿਆਂ ਨੂੰ ਲੋਕ ਲਾ ਦਿੱਤਾ, ਆਪੋ ਆਪਣੇ ਘਰਾਂ 'ਚ ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਦੇ ਨਾਲ ਥੜਾ ਸਾਹਿਬ ਦੇ ਪਾਵਨ ਸਥਾਨ ਤੇ ਘੋੜਾ ਬੰਨ੍ਹ ਕੇ ਇੰਤਜ਼ਾਰ ਕਰਦੇ ਰਹੇ
ਮੱਖਣ ਸ਼ਾਹ ਲੁਬਾਣਾ ਕਹਿੰਦਾ ਪਾਤਸ਼ਾਹ ਇਜਾਜ਼ਤ ਦਿਓ ਮਨਸੰਦਾਂ ਨੂੰ ਘਰੋਂ ਕੱਢ ਕੇ ਲਿਆਵਾਂ। ਸਤਿਗੁਰੂ ਕਹਿੰਦੇ ਨਹੀਂ ਮੱਖਣ ਸ਼ਾਹ, ਆਪਾਂ ਇਹ ਕਰਮ ਨਹੀਂ ਕਰਨਾ, ਬਸ ਜਿੰਨਾ ਇੰਤਜ਼ਾਰ ਕਰਨਾ ਸੀ ਕਰ ਲਿਆ, ਚਲੋ ਆਪਾਂ ਅੱਗੇ ਚੱਲੀਏ। ਸਤਿਗੁਰੂ ਸੁਲਤਾਨਵਿੰਡ ਪਿੰਡ ਤੋਂ ਹੁੰਦੇ ਹੋਏ ਵਾਂ ਪਿੰਡ 'ਚ ਪਹੁੰਚੇ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਿਆਲੇ ਦੁੱਖ ਨਿਵਾਰਨ ਪਹੁੰਚੇ। ਇੱਥੇ ਹੁਣ ਬੈਠ ਕੇ ਫੈਸਲਾ ਕੀਤਾ ਕਿ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਹੁਣ ਅਸੀਂ ਵੀ ਬਦਲਾਂਗੇ, ਕੀਰਤਪੁਰ ਤੋਂ ਪ੍ਰਚਾਰ ਨਹੀਂ ਕਰਾਂਗੇ। ਪਟਿਆਲੇ ਦੇ ਲਾਗੇ ਨਵਾਂ ਨਗਰ ਬਾਂਗਰ ਦੇਸ਼ ਦੇ ਇਲਾਕੇ ਦੀ ਜ਼ਮੀਨ ਮੁੱਲ ਖਰੀਦੀ, ਨਵਾਂ ਨਗਰ ਧਮਧਾਨ ਸਾਹਿਬ ਵਸਾਇਆ। ਇੱਟਾਂ ਦੇ ਭੱਠੇ ਤਿਆਰ ਹੋਣ ਲੱਗੇ। ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਾਤਾ ਨਾਨਕੀ ਦੀ ਖਬਰ ਆਈ ਕਿ ਕੀਰਤਪੁਰ ਸਾਹਿਬ ਦੀ ਰਾਣੀ ਚੰਪਾ ਦਾ ਪਤੀ ਚਲਾਣਾ ਕਰ ਗਿਆ, ਆਪ ਜ਼ਰੂਰ ਪਹੁੰਚੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰਾਣੀ ਚੰਪਾ ਦੇ ਪਤੀ ਦੀ ਮੌਤ ਤੇ ਪਹੁੰਚੇ, ਜਾ ਕੇ ਦੁੱਖ ਵੰਡਾਇਆ ਤੇ 10ਵੇਂ ਦੀ ਰਸਮ ਅਦਾ ਹੋਣ ਤੋਂ ਬਾਅਦ ਰਾਣੀ ਚੰਪਾ ਨੂੰ ਖਬਰ ਮਿਲੀ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਰਿਵਾਰ ਨੂੰ ਲੈ ਕੇ ਪਟਿਆਲੇ ਦੇ ਲਾਗੇ ਧਮਧਾਨ ਨਗਰ ਵਿੱਚ ਪਹੁੰਚ ਜਾਣਗੇ। ਰਾਣੀ ਚੰਪਾ ਪੈਰਾਂ 'ਚ ਸਿਰ ਰੱਖ ਕੇ ਭੁੱਬਾਂ ਮਾਰ ਕੇ ਰੋਂਦੀ, ਕਹਿੰਦੀ ਪਾਤਸ਼ਾਹ ਨਹੀਂ, ਤੁਸੀਂ ਧਮਧਾਨ ਨਗਰ ਵਿੱਚ ਨਾ ਜਾਓ, ਬਾਂਗਰ ਦੇਸ਼ ਦੇ ਇਲਾਕੇ ਵਿੱਚ ਨਾ ਜਾਓ, ਆ ਕੀਰਤਪੁਰ ਸਾਹਿਬ ਦੇ ਲਾਗੇ ਜਿੱਥੇ ਕਹੋ ਤੁਸੀਂ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾ ਲਓ, ਜ਼ਮੀਨ ਮੈਂ ਮੁੱਲ ਖਰੀਦ ਕੇ ਆਪਣੇ ਪੈਸਿਆਂ ਦੀ ਦਾਂ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਰਾਣੀ ਚੰਪਾ ਨਹੀਂ, ਜ਼ਮੀਨ ਅਸੀਂ ਆਪਣੇ ਪੈਸਿਆਂ ਦੀ ਮੁੱਲ ਖਰੀਦਾਂਗੇ, ਕਿਸੇ ਰਾਜੇ ਦੀ ਦਿੱਤੀ ਜ਼ਮੀਨ ਤੇ ਗੁਰੂ ਕਾ ਸਿੱਖੀ ਦਾ ਪ੍ਰਚਾਰ ਦਾ ਕੇਂਦਰ ਨਹੀਂ ਬਣੇਗਾ। ਕਹਿਣ ਲੱਗੇ ਜ਼ਮੀਨ ਅਸੀਂ ਮੁੱਲ ਖਰੀਦ ਲਈ ਧਮਧਾਨ ਨਗਰ ਦੀ, ਇੱਟਾਂ ਦੇ ਭੱਠੇ ਤਿਆਰ ਹੋ ਰਹੇ ਨੇ, ਖੂਹ ਲੱਗ ਗਿਆ ਹੈ, ਹੁਣ ਅਸੀਂ ਸਿੱਖੀ ਦਾ ਪ੍ਰਚਾਰ ਦਾ ਕੇਂਦਰ ਬਦਲਾਂਗੇ ਨਹੀਂ। ਰਾਣੀ ਚੰਪਾ ਰੋਂਦੀ ਰੋਂਦੀ ਮਾਤਾ ਨਾਨਕੀ ਜੀ ਕੋਲ ਆ ਗਈ। ਮਾਤਾ ਗੁਜਰੀ ਤੇ ਮਾਤਾ ਨਾਨਕੀ ਅੱਗੇ ਤਰਲਾ ਲਿਆ ਰਾਣੀ ਚੰਪਾ ਨੇ। ਹੁਣ ਰਾਣੀ ਚੰਪਾ ਦੀ ਬੇਨਤੀ ਮਾਤਾ ਨਾਨਕੀ ਜੀ ਨੇ ਸਵੀਕਾਰ ਕਰ ਲਈ ਤੇ ਬਾਂਹ ਪਕੜ ਕੇ ਮਾਤਾ ਨਾਨਕੀ ਜੀ ਰਾਣੀ ਚੰਪਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਕੋਲ ਲੈ ਕੇ ਆਈ ਤੇ ਆਖਿਆ ਕਿ ਇਸ ਦੁਖਿਆਰੀ ਦੀ ਬੇਨਤੀ ਸਵੀਕਾਰ ਕਰੋ, ਸਿੱਖੀ ਦੇ ਪ੍ਰਚਾਰ ਦਾ ਕੇਂਦਰ ਕੀਰਤਪੁਰ ਸਾਹਿਬ ਦੇ ਲਾਗੇ ਬਣਾ ਲਓ। ਹੁਣ ਮਾਤਾ ਨਾਨਕੀ ਜੀ ਦੇ ਕਹਿਣ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਕੀਰਤਪੁਰ ਸਾਹਿਬ ਦੇ ਲਾਗੇ ਮਾਖੋਵਾਲ ਪਿੰਡ ਦੀ ਮੁੱਲ ਜ਼ਮੀਨ ਖਰੀਦੀ, ਹਥੌਣ ਪਿੰਡ ਦੀ ਜ਼ਮੀਨ ਮੁੱਲ ਖਰੀਦੀ। ਇਹਨਾਂ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਜ਼ਮੀਨ ਦਾ ਪਟਾ ਆਪਣੀ ਮਾਤਾ ਨਾਨਕੀ ਦੇ ਨਾਂ ਕਰਾਇਆ। ਆਖਿਆ ਜੇ ਮਾਂ ਨਾਨਕੀ ਦੇ ਕਹਿਣ ਤੇ ਜ਼ਮੀਨ ਮੁੱਲ ਖਰੀਦੀ ਗਈ ਤੇ ਨਵਾਂ ਸਿੱਖੀ ਦਾ ਕੇਂਦਰ ਦਾ ਧੁਰਾ ਬਣੇਗਾ ਤੇ ਇਸ ਲਈ ਇਸ ਨਗਰ ਦਾ ਨਾਮ ਹੀ ਨਾਨਕੀ ਚੱਕ ਹੋਵੇਗਾ। 15 ਮਈ ਸਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਮੋਹੜੀ ਗੱਡ ਕੇ ਤੇ ਹਜੇ ਨਾਂ ਰੱਖਿਆ ਨਾਨਕੀ ਚੱਕ। ਜਦੋਂ 1670 ਵਿੱਚ ਇੱਥੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਆ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਗੇ, ਆਨੰਦ ਸਾਹਿਬ ਦਾ ਪਾਠ ਮੂੰਹ ਜ਼ੁਬਾਨੀ ਸੁਣਾਉਂਦੇ ਨੇ। ਉਦਣ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪੁੱਤਰ ਜੀ ਪਹਿਲੀ ਵੇਰਾ ਤੁਹਾਡੇ ਮੁਖੜੇ ਤੋਂ ਆਨੰਦ ਸਾਹਿਬ ਦਾ ਪਾਠ ਏਡੇ ਪਿਆਰ ਵਿੱਚ ਤੁਸਾਂ ਸੁਣਾਇਆ ਹੈ ਤੇ ਜਿਸ ਧਰਤੀ ਤੇ ਤੂੰ ਅੱਜ ਕਦਮ ਰੱਖਣ ਲੱਗਾ ਇਹ ਨਾਨਕੀ ਚੱਕ ਨਹੀਂ, ਇਹ ਆਨੰਦਪੁਰ ਸਾਹਿਬ ਹੋਵੇਗਾ। ਇਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਵੀ ਅਗਾਧ ਬੋਧ ਹੈ। ਇੰਨੀ ਕੁ ਸੇਵਾ ਪ੍ਰਵਾਨ ਕਰਨੀ, ਸਮਾਂ ਕੁਝ ਵੱਧ ਲੈ ਗਿਆ, ਇਸ ਲਈ ਖਿਮਾ ਦਾ ਯਾਚਕ ਵੀ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਇਤਿਹਾਸ ਵਿੱਚੋਂ ਬਚਨ ਸਾਂਝ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਮੇਰੀਆਂ ਜਾਣ ਮੇਰੀ ਝੋਲੀ ਪਾ ਦੇਣੀਆਂ। ਗੁਰੂ ਘਰ ਵੱਲੋਂ, ਦਾਸਰੇ ਵੱਲੋਂ ਧੰਨ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ
ਲੱਖ ਲੱਖ ਵਧਾਈ ਜੀ। ਕੋਟਾਨ ਕੋਟਾਨ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਮਾਣ ਦੇ ਗੁਰੂ ਕੇ ਬਚਨ ਸਾਂਝ ਕਰਨ ਦਾ ਸੁਭਾਗ ਸਮਾਂ ਬਖਸ਼ਿਆ। ਅਸੀਸ ਬਖਸ਼ੋ, ਫਤਿਹ ਪ੍ਰਵਾਨੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,